ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਧੰਨ ਸ੍ਰੀ ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਜੋ ਅਗਲੀ ਵਿਚਾਰ ਹੈ ਉਹ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਜਿਵੇਂ ਜਪਜੀ ਸਾਹਿਬ ਜੀ ਦਾ ਫਰਮਾਨ ਹੈ, ਗਾਵੇ ਕੋ ਵਿਦਿਆ ਬਿਖਮ ਵਿਚਾਰ। ਦੇਖੋ, ਬਾਬੇ ਨਾਨਕ ਨੇ ਸਾਨੂੰ ਇਸ ਗੱਲ ਵੱਲ ਇਸ਼ਾਰਾ ਦਿੱਤਾ ਕਿ ਕਈ ਪਰਮੇਸ਼ਰ ਨੂੰ ਗਾਉਂਦੇ ਆ, ਪਰ ਉਹਨਾਂ ਦੇ ਗਾਉਣ ਦਾ, ਯਾਦ ਕਰਨ ਦਾ, ਵਾਹਿਗੁਰੂ ਦੇ ਨਾਲ ਪ੍ਰੇਮ ਕਰਨ ਦਾ ਜਿਹੜਾ ਢੰਗ ਅਤੇ ਤਰੀਕਾ ਹੈ ਨਾ, ਬਿਲਕੁਲ ਨਵੇਕਲਾ ਹੈ। ਉਹ ਕੀ ਹੈ? ਉਹ ਕਹਿੰਦੇ ਪਰਮੇਸ਼ਰ ਦੀ ਜਿਹੜੀ ਹੈ ਨਾ ਵਿਖਮ ਵਿਦਿਆ ਹੈ। ਭਾਵ ਕੀ ਆ? ਕਠਿਨ ਵਿਦਿਆ, ਮੁਸ਼ਕਲ ਵਿਦਿਆ। ਉਹ ਵਿਦਿਆ ਜਿਹਦੀ ਸਮਝ ਜਿਹੜੀ ਹੈ ਨਾ ਉਹ ਆਮ ਇਨਸਾਨਾਂ ਦੇ ਬਸ ਤੋਂ ਬਾਹਰੀ ਗੱਲ ਹੈ। ਸੋ ਇਹ ਜਿਹੜੀ ਹੈ ਨਾ ਕਠਿਨ ਵਿਦਿਆ ਹੁੰਦੀ ਆ। ਇਸ ਕਠਿਨ ਵਿਦਿਆ ਨੂੰ ਵਾਹਿਗੁਰੂ ਦੇ ਪਿਆਰੇ ਜਿਹੜੇ ਆ ਉਦੋਂ ਗਾਉਂਦੇ ਆ ਜਦੋਂ ਪਰਮੇਸ਼ਰ ਜਿਹੜਾ ਹੈ ਨਾ ਉਹਨਾਂ ਤੋਂ ਗਵਾਉਂਦਾ ਹੈ, ਉਹਨਾਂ 'ਤੇ ਕਿਰਪਾ ਕਰਦਾ ਹੈ। ਸੋ ਇਹੋ ਜਿਹੀ ਜਿਹੜੀ ਨਾ ਵਿਖਮ ਵਿਦਿਆ ਹੁੰਦੀ ਹੈ, ਮੁਸ਼ਕਲ ਵਿਦਿਆ ਹੁੰਦੀ ਹੈ। ਇਹ ਪਹਿਲਾਂ ਦੇਖੀਏ ਕਿ ਇਹ ਪ੍ਰਾਪਤ ਕਿਵੇਂ ਆਉਂਦੀ ਆ। ਦੇਖੋ, ਇਸ ਨੂੰ ਪ੍ਰਾਪਤ ਹੋਣ ਦੇ ਹਨ ਕਈ ਜਿਹੜੇ ਹਨ ਤਰੀਕੇ ਜਿਹੜੇ ਹੈਗੇ ਆ ਸਾਨੂੰ ਪੁਰਾਤਨ ਗ੍ਰੰਥਾਂ ਦੇ ਵਿੱਚੋਂ ਮਿਲ ਜਾਂਦੇ ਆ, ਮਹਾਂਪੁਰਖਾਂ ਦੇ ਬਚਨਾਂ ਵਿੱਚੋਂ ਮਿਲ ਜਾਂਦੇ ਆ। ਅਸਲ ਦੇ ਵਿੱਚ ਕੀ ਹੈ ਕਿ ਜਿਹੜੇ ਰੱਬ ਦੇ ਪਿਆਰੇ ਹਨ, ਜਿਨ੍ਹਾਂ 'ਤੇ ਵਾਹਿਗੁਰੂ 'ਤੇ ਕਿਰਪਾ ਹੁੰਦੀ ਆ, ਦੇਖੋ ਪਹਿਲਾਂ ਤਾਂ ਕੀ ਹੈ ਕਿ ਉਹ ਦੇਖਣ ਦੇ ਨਾਲ ਹੀ ਵਿਦਿਆ ਕਈ ਵਾਰੀ ਹਾਸਲ ਕਰ ਲੈਂਦੇ। ਐਸੀ ਕਿਰਪਾ ਉਹਨਾਂ 'ਤੇ ਹੁੰਦੀ ਆ। ਦੇਖੋ, ਜਿਵੇਂ ਇੱਕ ਬਹੁਤ ਵੱਡੇ ਜਿਹੜੇ ਸੀਗੇ ਉਹ ਬਾਜੀਗਰ ਸੀਗੇ। ਉਹ ਬਾਜੀਗਰ ਇਹ ਸੀਗੇ ਕਿ ਉਹ ਜਦੋਂ ਆਪਣੀ ਜਿਹੜੀ ਕਿਰਪਾਨ ਸੀ ਹੈ ਨਾ, ਜਦੋਂ ਉੱਪਰ ਨੂੰ ਹਵਾ ਦੇ ਵਿੱਚ ਉਛਾਲਦੇ ਸੀ, ਸੱਟਦੇ ਸੀ, ਪਰ ਜਦੋਂ ਕਿਰਪਾਨ ਜਿਹੜੀ ਹੈ ਨਾ ਹਵਾ 'ਚੋਂ ਉਛਲਦੀ ਹੋਈ ਸਿੱਧੀ ਥੱਲੇ ਨੂੰ ਆਉਂਦੀ ਸੀ ਤਾਂ ਉਹ ਆਪਣਾ ਜਿਹੜਾ ਮੂੰਹ ਸੀਗਾ ਹੈ ਨਾ ਥੱਲੇ ਕਰ ਲੈਂਦੇ ਸੀ, ਉਹ ਸ੍ਰੀ ਸਾਹਿਬ ਦੇ ਥੱਲੇ। ਅਤੇ ਜਦ ਉਹ ਜਿਹੜੀ ਕਿਰਪਾਨ ਸੀ ਉਹ ਮੂੰਹ ਦੇ ਵਿੱਚੋਂ ਨਿਗਾਹ ਕੇ ਨਾ ਪੇਟ ਦੇ ਵਿੱਚ ਜਿਹੜੇ ਸੀ ਨਿਗਾਹ ਲੈਂਦੇ ਹੁੰਦੇ ਸੀ। ਅਤੇ ਇਹ ਜਿਹੜਾ ਹੈ ਨਾ ਕਰਤੱਵ ਸੀਗਾ, ਇਹ ਲੋਕਾਂ ਨੂੰ ਦਿਖਾ ਕੇ ਅਤੇ ਆਪਣਾ ਜਿਹੜਾ ਸੀਗਾ ਉਹ ਘਰ ਦਾ ਗੁਜ਼ਾਰਾ ਕਰਦੇ ਹੁੰਦੇ ਸੀ। ਸੋ ਇੱਕ ਵਾਰ ਕਿਸੇ ਸੱਜਣ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਜਿਹੜੀ ਵਿਖਮ ਵਿਦਿਆ ਹੈਗੀ ਆ, ਬੜੀ ਮੁਸ਼ਕਿਲ ਵਿਦਿਆ ਜਿਹਦੇ ਵਿੱਚ ਹਰ ਟਾਈਮ ਜਿਹੜਾ ਹੈ ਨਾ ਜਾਨ ਦਾ ਖਤਰਾ ਬਣਿਆ ਰਹਿੰਦਾ, ਕਿੱਥੋਂ ਪ੍ਰਾਪਤ ਕੀਤੀ ਆ? ਉਹ ਕਹਿਣ ਲੱਗੇ ਕਿ ਇਹ ਵਿਦਿਆ ਜਿਹੜੀ ਹੈ ਨਾ ਮੈਂ ਕਿਸੇ ਵਿਦਿਆਲੇ ਵਿੱਚੋਂ ਜਾਂ ਕਿਸੇ ਹੋਰ ਚੀਜ਼ ਤੋਂ ਨਹੀਂ ਪੜ੍ਹੀ। ਅਸਲ ਦੇ ਵਿੱਚ ਇਹ ਵਿਦਿਆ ਜਿਹੜੀ ਹੈ ਨਾ ਮੈਨੂੰ ਦੇਖਣ ਦੇ ਨਾਲ ਪ੍ਰਾਪਤ ਹੋਈ ਆ। ਉਹਨਾਂ ਨੇ ਪੁੱਛਿਆ ਕਿ ਤੈਨੂੰ ਦੇਖਣ ਦੇ ਨਾਲ ਇਹ ਵਿਦਿਆ ਕਿਵੇਂ ਪ੍ਰਾਪਤ ਹੋਈ? ਸੋ ਫਿਰ ਉਹ ਜਿਹੜਾ ਬਾਜੀਗਰ ਨੱਟ ਸੀਗਾ ਉਸ ਨੇ ਇਹ ਗੱਲ ਦੱਸੀ ਕਿ ਜਦੋਂ ਮੈਂ ਬਚਪਨ ਦੇ ਵਿੱਚ ਛੱਪੜ ਦੇ ਕੰਢੇ ਜਿਹੜਾ ਸੀਗਾ ਉਹ ਖੇਡਦਾ ਹੁੰਦਾ ਸੀਗਾ, ਉੱਥੇ ਮੈਂ ਕੀ ਦੇਖਦਾ ਸੀਗਾ ਕਿ ਛੱਪੜ ਦੇ ਉੱਤੇ ਬੰਗਲੇ ਆ ਕੇ ਬਹਿੰਦੇ ਸੀਗੇ ਅਤੇ ਉਹ ਮੱਛੀਆਂ ਫੜਦੇ ਹੁੰਦੇ ਸੀ। ਪਰ ਉਹਨਾਂ ਦੇ ਮੱਛੀ ਫੜਨ ਦਾ ਜਿਹੜਾ ਤਰੀਕਾ ਸੀਗਾ ਉਹ ਇਹ ਸੀ ਕਿ ਪਹਿਲਾਂ ਤਾਂ ਉਹ ਜਿਹੜੇ ਸੀ ਬੜੇ ਆਰਾਮ ਨਾਲ ਇੱਕ ਲੱਤ ਦੇ ਟੰਗ ਦੇ ਭਾਰ ਖੜੇ ਰਹਿੰਦੇ ਸੀ। ਉਸ ਤੋਂ ਬਾਅਦ ਜਦ ਮੱਛੀ ਜਿਹੜੀ ਸੀਗੀ ਉਹਨਾਂ ਦੇ ਸ਼ਿਕਾਰ ਦੇ ਵਿੱਚ ਆ ਜਾਂਦੀ ਸੀ, ਉਹ ਮੱਛੀ ਦੀ ਪੂਛ ਨੂੰ ਫੜ ਕੇ ਨਾ ਹਵਾ ਦੇ ਵਿੱਚ ਉੱਪਰ ਨੂੰ ਉਛਾਲਦੇ ਸੀਗੇ ਅਤੇ ਆਪਣੀ ਚੁੰਝ ਨੂੰ ਖੋਲ੍ਹਦੇ ਸੀ ਅਤੇ ਉਹ ਮੱਛੀ ਜਿਹੜੀ ਸੀ ਹੈ ਨਾ ਉਹਨਾਂ ਦੇ ਚੁੰਝ ਦੇ ਅੰਦਰ ਜਿਹੜੀ ਸੀ ਪੇਟ 'ਚ ਚਲੀ ਜਾਂਦੀ ਸੀ। ਇਸ ਤਰ੍ਹਾਂ ਬੰਗਲੇ ਮੱਛੀ ਨੂੰ ਨਿਗਲਦੇ ਹੁੰਦੇ ਸੀ। ਅਤੇ ਇਹ ਵਿਦਿਆ ਜਿਹੜੀ ਹੈ ਹੌਲੀ ਹੌਲੀ ਜਿਹੜੀ ਸੀ ਇਹ ਮੈਂ ਵੀ ਇੱਥੇ ਸਿੱਖਦਾ ਅਖੀਰ ਜਿਹੜੀ ਇਹ ਵਿਦਿਆ ਸੀਗੀ ਇਹ ਕਿਰਪਾਨ ਤੱਕ ਲੈ ਆ ਕਿ ਜਦ ਮੈਂ ਹੁਣ ਜਿਹੜੀ ਕਿਰਪਾਨ ਵਾ ਉਸ ਨੂੰ ਇਸ ਢੰਗ ਨਾਲ ਹਵਾ 'ਚ ਛਾਲਦਾ ਕਿ ਕਿਰਪਾਨ ਜਿਹੜੀ ਹੈਗੀ ਆ ਇਹ ਸਿੱਧੀ ਉੱਪਰ ਨੂੰ ਜਾਂਦੀ ਆ ਅਤੇ ਪੁੱਠੀ ਹੋ ਕੇ ਥੱਲੇ ਨੂੰ ਉਤਰਦੀ ਆ ਅਤੇ ਫਿਰ ਮੈਨੂੰ ਆਪਣੇ ਮੂੰਹ ਦੇ ਵਿੱਚ ਪਾ ਦੇਣਾ। ਇਹ ਜਿਹੜੀ ਵਿਦਿਆ ਹੈ ਨਾ ਇਹ ਮੈਨੂੰ ਦੇਖਣ ਦੇ ਨਾਲ ਪ੍ਰਾਪਤ ਹੋਈ ਆ। ਸੋ ਇੱਕ ਤਾਂ ਤਰੀਕਾ ਜਿਹੜਾ ਹੈ ਨਾ ਵਿਦਿਆ ਦਾ ਇਹ ਹੁੰਦਾ ਹੈਗਾ ਕਿ ਵਿਦਿਆ ਜਿਹੜੀ ਹੈ ਉਹ ਦੇਖਣ ਦੇ ਨਾਲ ਪ੍ਰਾਪਤ ਹੋ ਜਾਂਦੀ। ਦੂਸਰੀ ਉਹ ਵਿਦਿਆ ਹੁੰਦੀ ਆ ਜਿਹੜੀ ਸੁਣਨ ਦੇ ਨਾਲ ਪ੍ਰਾਪਤ ਹੁੰਦੀ ਆ। ਦੇਖੋ, ਜਿਹੜੀ ਸੁਣਨ ਦੇ ਨਾਲ ਪ੍ਰਾਪਤ ਹੁੰਦੀ ਆ ਇਹ ਵਿਦਿਆ ਜਿਵੇਂ ਅਸੀਂ ਦੇਖਦੇ ਹਾਂ ਕਿ ਮਹਾਂਭਾਰਤ ਦੇ ਅੰਦਰ ਅਰਜਨ ਦਾ ਜਿਹੜਾ ਲੜਕਾ ਅਭਿਮਨੂ ਸੀ ਉਹਨੇ ਚੱਕਰ ਵਿਊਹ ਨੂੰ ਕਿਵੇਂ ਤੋੜਨਾ, ਇਹਦੀ ਵਿਦਿਆ ਜਿਹੜੀ ਸੀ ਉਹ ਗਰਭ ਦੇ ਵਿੱਚ ਪ੍ਰਾਪਤ ਕੀਤੀ ਸੀ। ਲੇਕਿਨ ਕਿਵੇਂ ਕੀਤੀ ਸੀ? ਉਸ ਨੇ ਗਰਭ ਦੇ ਵਿੱਚ ਇਹ ਜਿਹੜੀ ਵਿਦਿਆ ਸੀਗੀ ਹੈ ਨਾ ਇਹ ਸੁਣੀ ਸੀਗੀ, ਕਿਉਂਕਿ ਅਰਜਨ ਜਿਹੜਾ ਸੀਗਾ ਉਹ ਆਪਣੀ ਜਿਹੜੀ ਪਤਨੀ ਸੀਗੀ ਉਸ ਨੂੰ ਚੱਕਰ ਵਿਊਹ ਤੋੜਨ ਦੀ ਜਿਹੜੀ ਹੈ ਨਾ ਸਾਰੀ ਘਟਨਾ ਜਿਹੜੀ ਸੀ ਉਹ ਦੱਸਦਾ ਹੁੰਦਾ ਸੀਗਾ। ਸੋ ਇਹ ਜਿਹੜੀ ਘਟਨਾ ਚੱਕਰ ਵਿਊਹ ਤੋੜਨ ਦੀ ਸੀਗੀ ਜਦ ਅਰਜਨ ਦੱਸਦਾ ਹੁੰਦਾ ਸੀਗਾ ਅਤੇ ਫਿਰ ਅਭਿਮਨੂ ਦਾ ਤੋਂ ਜਨਮ ਨਹੀਂ ਸੀ ਹੋਇਆ। ਅਭਿਮਨੂ ਗਰਭ 'ਚ ਹੁੰਦਾ ਸੀਗਾ, ਗਰਭ ਦੇ ਵਿੱਚ ਦੇਖੋ ਸੁਣਦਾ ਰਹਿੰਦਾ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਮਾਂ ਦਾ ਧਿਆਨ ਪੂਰਾ ਇਕਾਗਰ ਹੋ ਕੇ ਵਿਦਿਆ ਨੂੰ ਸੁਣੇ ਤਾਂ ਉਹ ਜਿਹੜੀ ਵਿਦਿਆ ਹੈਗੀ ਨਾ ਬੱਚੇ ਦੇ ਜਿਹੜਾ ਬ੍ਰੇਨ ਦਿਮਾਗ ਹੈ ਉਹਦੇ ਉੱਤੇ ਅਸਰ ਕਰਦੀ ਹੈ ਅਤੇ ਉਹ ਚੀਜ਼ ਜਿਹੜੀ ਉਹਦੇ ਚਿੱਤ ਵਿੱਚ ਕੈਦ ਹੁੰਦੀ ਰਹਿੰਦੀ। ਇਹ ਸਾਰੀ ਵਿਦਿਆ ਜਿਹੜੀ ਸੀ ਇਹ ਅਭਿਮਨੂ ਨੂੰ ਇਸ ਤਰ੍ਹਾਂ ਟਰਾਂਸਫਰ ਹੋ ਕੇ ਆਪਣੀ ਮਾਂ ਦੇ ਜਿਹੜਾ ਇਕਾਗਰ ਧਿਆਨ ਸੀਗਾ ਉਹਦੇ ਵਿੱਚੋਂ ਟਰਾਂਸਫਰ ਹੋ ਕੇ ਗਰਭ ਦੇ ਵਿੱਚ ਚਲੀ ਗਈ ਸੀ। ਅਤੇ ਫਿਰ ਦੇਖੋ ਉਸ ਨੇ ਹੈ ਨਾ ਜਦ ਇਹ ਚੱਕਰਵਿਊਹ ਦੀ ਵਿਦਿਆ ਜਿਹੜੀ ਸੀਗੀ ਇਹ ਥੋੜ੍ਹੀ ਰਹਿ ਗਈ ਸੀ ਤਾਂ ਅਭਿਮਨੂ ਦਾ ਜਨਮ ਹੋਇਆ ਸੀ।
ਪਰ ਉਸ ਤੋਂ ਬਾਅਦ ਇਹ ਜਿਹੜੀ ਵਿੱਦਿਆ ਸੀਗੀ ਇਸ ਦਾ ਉਹਨੇ ਜਦ ਜੰਗ ਹੋਈ ਸੀ ਮਹਾਭਾਰਤ ਦੀ ਉਹਦੇ ਵਿੱਚ ਇਸਤੇਮਾਲ ਕੀਤਾ, ਪਰ ਉਸ ਨੂੰ ਅੰਦਰ ਜਾਣ ਦਾ ਪਤਾ ਸੀ ਪਰ ਬਾਹਰ ਨਿਕਲਣ ਦਾ ਜਿਹੜਾ ਸੀ ਉਹਨੂੰ ਪਤਾ ਨਹੀਂ ਸੀਗਾ। ਇਸ ਤਰ੍ਹਾਂ ਅਸੀਂ ਅਸ਼ਟਮਾਵਕਰ ਰਿਸ਼ੀ ਦਾ ਵੀ ਦੇਖਦੇ ਹਾਂ। ਜਿਹੜੇ ਅਸ਼ਟਮਾਵਕਰ ਰਿਸ਼ੀ ਹੋਏ ਉਹਨਾਂ ਦੇ ਜੀਵਨ ਦੇ ਵਿੱਚ ਇਹ ਪ੍ਰਸੰਗ ਜ਼ਰੂਰ ਆਉਂਦਾ ਹੈਗਾ ਕਿ ਉਹਨਾਂ ਨੇ ਵੀ ਇਹ ਜਿਹੜਾ ਹੈ ਨਾ ਗਿਆਨ ਸੀਗਾ ਵੇਦ ਸ਼ਾਸਤਰਾਂ ਦਾ, ਇਹ ਵੇਦ ਸ਼ਾਸਤਰਾਂ ਦਾ ਜਿਹੜਾ ਗਿਆਨ ਸੀਗਾ ਇਹ ਵੀ ਆਪਣੀ ਮਾਤਾ ਦੇ ਗਰਭ ਦੇ ਵਿੱਚੋਂ ਪ੍ਰਾਪਤ ਕੀਤਾ ਸੀਗਾ। ਕਿਉਂ ਇਹਨਾਂ ਦੀ ਜਿਹੜੀ ਮਾਤਾ ਜੀ ਸੀ ਬੜੇ ਸਤਸੰਗੀ ਸੀ, ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਦੇ ਹੁੰਦੇ ਸੀ, ਪਿਤਾ ਜੀ ਵੀ ਚੰਗੇ ਉੱਚੇ ਵਿਦਵਾਨ ਸੀਗੇ। ਸੋ ਜਿੰਨੇ ਵੀ ਸਾਧੂ ਸੰਤ ਹੁੰਦੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਤੇ ਉਹ ਜਿਹੜੀ ਹੈ ਨਾ ਵਿੱਦਿਆ ਦਿੰਦੇ ਹੁੰਦੇ ਸੀ ਤੇ ਅਸ਼ਟਮਾਵਕਰ ਰਿਸ਼ੀ ਜਿਹੜਾ ਗਰਭ 'ਚ ਸੁਣਦਾ ਰਹਿੰਦਾ ਸੀਗਾ। ਇੱਕ ਵਾਰ ਕੀ ਹੋਇਆ ਕਿ ਇੱਕ ਵਾਰ ਇੱਕ ਜਗ੍ਹਾ ਹੈ ਨਾ ਬਹੁਤ ਰਿਸ਼ੀਆਂ ਮੁਨੀਆਂ ਦਾ ਜਿਹੜਾ ਹੈ ਨਾ ਜੱਗ ਹੋਇਆ ਸੀਗਾ ਤੇ ਅਸ਼ਟਮਾਵਕਰ ਦੀ ਜਿਹੜੀ ਮਾਤਾ ਸੀ, ਅਸ਼ਟਮਾਵਕਰ ਉਦੋਂ ਗਰਭ 'ਚ ਸੀਗੇ ਜਦੋਂ ਉਹ ਜਿਹੜੇ ਸੀਗੇ ਉਹ ਉਸ ਜੱਗ ਦੇ ਵਿੱਚ ਇਹਨਾਂ ਦੇ ਪਿਤਾ ਜੀ ਹੈ ਨਾ ਜੱਗ ਦੇ ਵਿੱਚ ਜਿਹੜੇ ਵੇਦਾਂ ਦੇ ਮੰਤਰ ਸੀ ਉਹਨਾਂ ਨੂੰ ਉਚਾਰਨ ਵਾਸਤੇ ਗਏ ਸੀ। ਤੇ ਜਦੋਂ ਜੱਗ ਦੇ ਵਿੱਚ ਉਹਨਾਂ ਨੇ ਨਾ ਵੇਦ ਮੰਤਰ ਉਚਾਰਨੇ ਸ਼ੁਰੂ ਕੀਤੇ ਅਸ਼ਟਮਾਵਕਰ ਦੇ ਪਿਤਾ ਜੀ ਨੇ, ਤਾਂ ਉਸ ਟਾਈਮ ਜਿਹੜਾ ਇੱਕ ਮੰਤਰ ਸੀਗਾ ਹੈ ਨਾ ਇਹਨਾਂ ਤੋਂ ਗਲਤ ਬੋਲਿਆ ਗਿਆ। ਜਦ ਗਲਤ ਬੋਲਿਆ ਗਿਆ ਤੇ ਗਰਭ ਦੇ ਵਿੱਚੋਂ ਫਿਰ ਅਸ਼ਟਮਾਵਕਰ ਰਿਸ਼ੀ ਨੇ ਆਪਣੇ ਪਿਤਾ ਨੂੰ ਆਵਾਜ਼ ਮਾਰ ਕੇ ਇਹ ਗੱਲ ਦੱਸੀ ਸੀਗੀ ਕਿ ਪਿਤਾ ਜੀ ਇਹ ਜਿਹੜਾ ਜੋ ਸਲੋਕ ਹੈਗਾ ਇਹ ਇਸ ਤਰ੍ਹਾਂ ਨਹੀਂ ਹੈਗਾ, ਇਹ ਜਿਹੜਾ ਹੈ ਨਾ ਇਹ ਇਸ ਤਰ੍ਹਾਂ ਬੋਲਣਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਇਹਨਾਂ ਦੇ ਪਿਤਾ ਜੀ ਨੇ ਦੇਖਿਆ ਕਿ ਜੱਗ ਦੇ ਵਿੱਚ ਮੇਰੇ ਬੱਚੇ ਨੇ ਹੀ ਆਪਣੀ ਮਾਤਾ ਦੇ ਗਰਭ ਦੇ ਵਿੱਚੋਂ ਮੈਨੂੰ ਆਵਾਜ਼ ਦੇ ਕੇ ਜਿਹੜਾ ਸੀਗਾ ਇਹ ਗੱਲ ਦੱਸ ਦਿੱਤੀ ਹੈਗੀ ਆ। ਤੇ ਇਹਨਾਂ ਦੇ ਪਿਤਾ ਜੀ ਨੇ ਦੇਖੋ ਖੁਸ਼ ਹੋਣ ਦੀ ਜਗ੍ਹਾ ਦੇ ਨਾਲੋਂ ਆਪਣੀ ਜਿਹੜੀ ਜ਼ਿਆਦਾ ਜਿਹੜੀ ਜੱਗ ਦੇ ਵਿੱਚ ਪੰਡਤਾਂ ਦੇ ਸਾਹਮਣੇ ਹੀਨ ਭਾਵਨਾ ਜਿਹੜੀ ਸਵੀਕਾਰ ਕਰ ਲਈ ਸੀ। ਤੇ ਇਹਨਾਂ ਦੇ ਪਿਤਾ ਜੀ ਨੇ ਆਪਣਾ ਜਿਹੜਾ ਬੱਚਾ ਸੀਗਾ ਜਿਹੜਾ ਉਸ ਟਾਈਮ ਗਰਭ ਦੇ ਵਿੱਚ ਸੀਗਾ ਉਹਨੂੰ ਇਹ ਗੱਲ ਕਹਿਤੀ ਸੀਗੀ। ਉਹ ਕਹਿਣ ਲੱਗੇ ਸੀਗੇ ਕਿ ਅਜੇ ਤਾਂ ਤੇਰੇ ਜਿਹੜੇ ਹੈਗੇ ਆ ਉਹ 8 ਅੰਗ ਪੂਰੇ ਨਹੀਂ ਹੋਏ ਤੇ ਤੂੰ ਜਿਹੜੀਆਂ ਹੈਗੀਆਂ ਮੈਨੂੰ ਵਿੱਦਿਆ ਸਿਖਾਉਣ ਲੱਗਾ ਹੈਗਾ। ਸੋ ਕਹਿਣ ਦਾ ਭਾਵ ਇਹ ਸੀਗਾ ਕਿ ਅਜੇ ਤਾਂ ਤੇਰੇ ਜਿਹੜੇ ਅਸ਼ਟ ਅੰਗ ਹੈਗਾ ਅਸ਼ਟਭੁਜੀ ਸਰੀਰ ਆ ਪੂਰਾ ਨਹੀਂ ਹੋਇਆ ਤੇ ਤੂੰ ਮੈਨੂੰ ਜਿਹੜਾ ਹੈਗਾ ਇਹ ਵਿੱਦਿਆ ਜਿਹੜਾ ਹੈਗਾ ਉਹ ਦੱਸਣ ਦਿਆ ਹੈ। ਸਮਝ ਲਓ ਇੱਕ ਜਿਹੜਾ ਇਹ ਸੀਗਾ ਇਹ ਇੱਕ ਕਿਸਮ ਦਾ ਸਰਾਪ ਸੀਗਾ ਜਿਹੜਾ ਅਸ਼ਟਮਾਵਕਰ ਨੂੰ ਗਰਭ ਦੇ ਵਿੱਚ ਲੱਗ ਗਿਆ ਸੀ। ਤੇ ਬਾਅਦ ਦੇ ਵਿੱਚ ਫਿਰ ਜਦ ਅਸ਼ਟਮਾਵਕਰ ਦਾ ਜਨਮ ਹੋਇਆ ਸੀਗਾ ਤੇ ਅਸ਼ਟਮਾਵਕਰ ਕੋਲ ਗਿਆਨ ਦਾ ਬਹੁਤ ਭਾਰਾ ਭੰਡਾਰ ਸੀਗਾ, ਪਰ ਫਿਰ ਵੀ ਉਹਦੇ ਸਰੀਰ ਦੇ ਜਿਹੜੇ ਉਹਨਾਂ ਦੇ ਆਪਣੇ ਹੀ ਪਿਤਾ ਜੀ ਦੇ ਸਰਾਪ ਦੇ ਕਾਰਨ ਜਿਹੜੇ ਅਸ਼ਟਾਂਗ ਸੀਗੇ ਹਨ ਉਹ ਚੱਲਣੋਂ ਰੁਕ ਗਏ ਸੀ। ਉਸੇ ਟਾਈਮ ਉਹ ਜਿਹੜੇ ਸੀ ਪੂਰੇ ਨਹੀਂ ਸੀ ਹੋਏ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਤਾਂ ਜਿਹੜੀ ਹੈ ਨਾ ਗਰਭ ਦੇ ਵਿੱਚ ਸੁਣਨ ਦੀ ਜਿਹੜੀ ਵਿੱਦਿਆ ਹੈਗੀ ਹੈ ਸਾਨੂੰ ਪ੍ਰਾਪਤ ਹੋ ਜਾਂਦੀ ਆ। ਇੱਕ ਵਿੱਦਿਆ ਉਹ ਹੁੰਦੀ ਆ ਜਿਹੜੀ ਸ਼ਬਦ ਦੀ ਕਮਾਈ ਦੇ ਨਾਲ ਪ੍ਰਾਪਤ ਹੁੰਦੀ ਆ। ਦੇਖੋ ਸ਼ਬਦ ਦੀ ਕਮਾਈ ਕੀ ਆ, ਇੱਕ ਵਾਰ ਕੋਈ ਗੁਰਸਿੱਖ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਜਿਹੜੀ ਸੀਗੀ ਉਹ ਰਾਗ ਵਿੱਦਿਆ ਸਿੱਖਦੇ ਹੁੰਦੇ ਸੀਗੇ। ਜਦ ਸਿੱਖਦੇ ਹੁੰਦੇ ਸੀਗੇ ਤੇ ਉਹਨਾਂ ਟਾਈਮਾਂ ਦੇ ਵਿੱਚ ਲਾਹੌਰ ਦੇ ਵਿੱਚ ਹੈ ਨਾ ਇੱਕ ਰਾਗ ਵਿੱਦਿਆ ਦਾ ਸੰਮੇਲਨ ਹੋਇਆ ਸੀਗਾ। ਉਸ ਸੰਮੇਲਨ ਦੇ ਵਿੱਚ ਉਹ ਜਿਹੜੇ ਗੁਰਸਿੱਖ ਸੀਗੇ ਜਦ ਹਿੱਸਾ ਲੈਣ ਗਏ ਤਾਂ ਉਸ ਸੰਮੇਲਨ ਦੇ ਵਿੱਚ ਉਹਨਾਂ ਨੂੰ ਇਸ ਕਰਕੇ ਬਾਹਰ ਕੱਢ ਦਿੱਤਾ ਗਿਆ ਕਿ ਤੁਸੀਂ ਲੋਕੀ ਜਿਹੜੇ ਆ ਰਾਗ ਵਿੱਦਿਆ ਨੂੰ ਕੀ ਜਾਣਦੇ, ਤੁਹਾਨੂੰ ਕੀ ਪਤਾ ਰਾਗ ਕੀ ਹੁੰਦਾ ਹੈਗਾ। ਤਾਂ ਸਿੱਖ ਨੇ ਆਪਣੀ ਬੜੀ ਹੈ ਨਾ ਜਿਹੜੀ ਹੱਦ ਤੱਕ ਉਹਨਾਂ ਟਾਈਮਾਂ 'ਚ ਸਮਝੀ ਸੀ। ਅਤੇ ਉਹ ਫਿਰ ਕਿਸੇ ਮਹਾਤਮਾ ਪਾਸ ਆਏ ਸੀ, ਉਹ ਕਹਿਣ ਲੱਗੇ ਕਿ ਲਾਹੌਰ ਦੇ ਵਿੱਚ ਜਿਹੜਾ ਹੈਗਾ ਉਹ ਰਾਗ ਵਿੱਦਿਆ ਦਾ ਸੰਮੇਲਨ ਹੋ ਰਿਹਾ ਹੈਗਾ ਅਤੇ ਉੱਥੇ ਮੈਨੂੰ ਜਿਹੜਾ ਨਾ ਬੇਇੱਜ਼ਤ ਕਰਕੇ ਬਾਹਰ ਕੱਢ ਦਿੱਤਾ ਗਿਆ ਹੈ। ਅਤੇ ਉੱਥੇ ਵੱਡੇ ਜਿਹੜੇ ਨਾ ਰਾਗੀ ਹੈਗੇ ਆ ਜਿਹੜੇ ਰਾਗ ਵਿੱਦਿਆ ਦੇ ਬੜੇ ਮਾਹਰ ਆ ਉਹ ਜਿਹੜੇ ਹੈ ਉਹ ਕੰਪੀਟੀਸ਼ਨ ਕਰਦੇ ਆ, ਮੁਕਾਬਲੇ ਕਰਦੇ ਆ। ਸੋ ਮਹਾਤਮਾ ਨੇ ਉਹਨਾਂ ਦੀ ਗੱਲ ਜਿਹੜੀ ਸੀ ਗੁਰਸਿੱਖ ਦੀ ਬੜੇ ਪ੍ਰੇਮ ਨਾਲ ਸੁਣੀ। ਉਹਨਾਂ ਨੂੰ ਕਹਿਣ ਲੱਗੇ ਕਿ ਅਗਰ ਤੂੰ ਸੱਚਮੁੱਚ ਹੀ ਰਾਗ ਦੇ ਵਿੱਚ ਨਿਪੁੰਨ ਹੋਣਾ ਹੈ ਨਾ ਅਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਦੇ ਵਿੱਚ ਜਿਹੜੀ ਰਾਗ ਮਾਲਾ ਹੈ ਨਾ ਉਸ ਰਾਗ ਮਾਲਾ ਦੇ ਸ਼ਬਦ ਦਾ ਤੈਨੂੰ ਜਾਣੀ ਅਭਿਆਸ ਕਰਨਾ ਪਊਗਾ। ਅਤੇ ਜਦੋਂ ਉਹ ਰਾਗ ਵਿੱਦਿਆ ਜਿਹੜੀ ਰਾਗ ਮਾਲਾ ਹੈ ਨਾ ਤੇਰੇ ਅੰਦਰ ਜਦ ਸਿੱਧ ਹੋ ਜਾਏਗੀ ਤਾਂ ਫਿਰ ਤੂੰ ਕਿਸੇ ਵੀ ਰਾਗ ਨੂੰ ਜਿਹੜਾ ਹੈਗਾ ਉਹ ਬੜੀ ਆਸਾਨੀ ਨਾਲ ਗਾ ਸਕਦਾ ਹੈ। ਐਸੀ ਤੇਰੇ 'ਤੇ ਕਿਰਪਾ ਹੋਊਗੀ। ਦੇਖੋ ਉਸ ਗੁਰਸਿੱਖ ਨੇ ਫਿਰ ਉਹ ਜਿਹੜੀ ਰਾਗ ਮਾਲਾ ਦਾ ਪੂਰਾ ਸ਼ਬਦ ਸੀਗਾ ਹੈ ਨਾ ਉਸ ਰਾਗ ਮਾਲਾ ਦੇ ਸ਼ਬਦ ਦਾ ਜਾਣੀ ਕਿ ਪੂਰੀ ਤਰ੍ਹਾਂ ਜਿਹੜਾ ਸੀਗਾ ਉਹ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਐਸਾ ਅਭਿਆਸ ਕਰਦਿਆਂ ਐਸੀ ਕਿਰਪਾ ਹੋਈ ਕਿ ਫਿਰ ਉਹਨੂੰ ਰਾਗਾਂ ਦੀ ਸੋਝੀ ਆਉਣ ਲੱਗ ਪਈ। ਜਦ ਰਾਗਾਂ ਦੀ ਸੋਝੀ ਆਉਣ ਲੱਗੀ ਸਾਲ ਬਾਅਦ ਫਿਰ ਜਿਹੜਾ ਸੀਗਾ ਲਾਹੌਰ ਦੇ ਵਿੱਚ ਜਿਹੜਾ ਸੀਗਾ ਉਹ ਰਾਗ ਸੰਮੇਲਨ ਦਾ ਕੰਪੀਟੀਸ਼ਨ ਮੁਕਾਬਲਾ ਹੋਇਆ ਸੀਗਾ। ਫਿਰ ਉਹ ਸਿੱਖ ਗਿਆ ਸੀਗਾ। ਜਦ ਗਿਆ ਸੀਗਾ ਤਾਂ ਉਹਨੇ ਫਿਰ ਕਹਿ ਦਿੱਤਾ ਸੀਗਾ ਕਿ ਮੈਨੂੰ ਜਿਹੜਾ ਹੈਗਾ ਰਾਗ ਵਿੱਦਿਆ ਦੇ ਵਿੱਚ ਜਿਹੜਾ ਰਾਗ ਸੁਣਨ ਲਈ ਮੌਕਾ ਦਿੱਤਾ ਜਾਵੇ, ਕਿਉਂਕਿ ਮੈਂ ਪਿਛਲੀ ਵਾਰ ਵੀ ਹੋਇਆ ਸੀਗਾ ਤੁਸੀਂ ਮੇਰਾ ਰਾਗ ਸੁਣਨ ਤੋਂ ਬਗੈਰ ਹੀ ਜਿਹੜਾ ਸੀ ਮੈਨੂੰ ਬਾਹਰ ਕੱਢ ਦਿੱਤਾ ਸੀਗਾ। ਫਿਰ ਉਹਦੀ ਗੱਲ ਜਿਹੜੀ ਸੀ ਉਸ ਟਾਈਮ ਦੀ ਕਿਹੜੀ ਕਮੇਟੀ ਨੇ ਹੈ ਨਾ ਬੜੇ ਧਿਆਨ ਨਾਲ ਸੁਣੀ ਸੀ। ਅਤੇ ਉਸ ਤੋਂ ਬਾਅਦ ਉਹ ਸਿੱਖ ਨੂੰ ਜਿਹੜਾ ਸੀਗਾ ਉਹ ਰਾਗ ਅਲਾਪਣ ਦਾ ਜਿਹੜਾ ਸੀਗਾ ਸਮਾਂ ਦਿੱਤਾ ਗਿਆ।
ਉਹ ਦੱਸਦੇ ਆ ਮਹਾਂਪੁਰਖ ਕਿ ਜਦੋਂ ਉਹ ਸਿੱਖ ਨੇ ਜਿਹੜਾ ਉਸ ਮੁਕਾਬਲੇ ਵਿੱਚ ਰਾਗ ਵਿਦਿਆ ਦਾ ਰਾਗ ਲਾਪਿਆ ਸੀਗਾ ਹੈ ਨਾ, ਕਹਿੰਦੇ ਬਸ ਫੇਰ ਕੀ ਸੀ, ਐਸੀ ਜਾਰੀ ਕਰਾਮਾਤ ਹੋਈ ਸੀ ਰਾਗ ਵਿਦਿਆ ਦੀ ਕਮਾਈ ਦੇ ਸਦਕਾ ਉਹਦੇ ਅੰਦਰ, ਕਿ ਰਾਗ ਤਾਂ ਇੱਕ ਪਾਸੇ ਜਿੰਨੇ ਵੀ ਜਿਹੜੇ ਸਾਜ਼ ਸੀਗੇ ਉਹ ਵੀ ਆਪਣੇ ਆਪ ਵੱਜਣੇ ਸ਼ੁਰੂ ਹੋ ਗਏ ਸੀਗੇ। ਐਸੀ ਜਿਹੜੀ ਸੀ ਇੱਕ ਦੁਰਲੱਭ ਜਿਹੜਾ ਸੀ ਉਹ ਚਮਤਕਾਰ ਹੋਇਆ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇੱਕ ਉਹ ਵਿਦਿਆ ਹੁੰਦੀ ਆ ਜਿਹੜੀ ਹੈ ਨਾ ਸ਼ਬਦ ਦੀ ਕਮਾਈ ਦੇ ਨਾਲ ਪ੍ਰਾਪਤ ਹੁੰਦੀ ਆ। ਸੋ ਇੱਕ ਵਿਦਿਆ ਐਸੀ ਆ ਜਿਹੜੀ ਸਾਨੂੰ ਗੁਰੂ ਸੇਵਾ ਤੋਂ ਪ੍ਰਾਪਤ ਹੋ ਜਾਂਦੀ। ਸੋ ਜਿਵੇਂ ਇੱਕ ਮਹਾਤਮਾ ਹੋਇਆ, ਉਹ ਕਹਿਣ ਲੱਗੇ ਕਿ ਇੱਕ ਕੋਈ ਮਹਾਤਮਾ ਸੀਗੇ, ਉਹ ਕਾਫੀ ਜਾਣੀ ਕਿ ਜਿਹੜੇ ਹੈ ਨਾ ਔਖੇ ਰਾਗ ਵਿਦਿਆ ਸੀਗੀ, ਉਹਦੇ ਵਿੱਚ ਉਹਨੇ ਬਹੁਤ ਜ਼ਿਆਦਾ ਮੁਹਾਰਤ ਹਾਸਲ ਕੀਤੀ ਹੋਈ ਸੀ। ਅਤੇ ਕਈ ਜਿਹੜੇ ਸੀ ਉਹਨੇ ਵੰਦ ਛੰਦ ਕਈ ਤਰ੍ਹਾਂ ਦੇ ਜੋੜੇ ਹੁੰਦੇ ਸੀਗੇ, ਜਾਣੀ ਕਿ ਇੱਥੋਂ ਤੱਕ ਅਨੇਕ ਤਰ੍ਹਾਂ ਦੀ ਜਿਹੜੀ ਰਾਗ ਵਿਦਿਆ ਹੈ ਨਾ ਉਹਨੇ ਆਪ ਵੀ ਲਾਪੀ ਸੀਗੀ, ਗਾਈ ਸੀ। ਅਤੇ ਬਹੁਤ ਮੰਨੇ ਪ੍ਰਮੰਨੇ ਜਿਹੜੇ ਸੀਗੇ ਉਹ ਰਾਗ ਵਿਦਿਆ ਦੇ ਉੱਚ ਕਹਿ ਲਓ ਕਿ ਉਹ ਮਹਾਂਸੰਤ ਹੋਏ ਸੀਗੇ। ਕਹਿੰਦੇ ਜਦ ਉਹਨਾਂ ਦਾ ਜਿਹੜਾ ਸੀਗਾ ਅੰਤ ਸਮਾਂ ਜਿਹੜਾ ਸੀ ਜਦ ਆਇਆ, ਅਤੇ ਉਸ ਟਾਈਮ ਬਹੁਤ ਸਾਰੇ ਮਹਾਂਪੁਰਖਾਂ ਨੇ ਉਸ ਮਹਾਤਮਾ ਦੀ ਯਾਦ ਦੇ ਵਿੱਚ ਹੈ ਨਾ ਵੱਡੇ ਵੱਡੇ ਜਿਹੜੇ ਸੀਗੇ ਉਹ ਸ਼ੋਕ ਸਭਾਵਾਂ ਵੀ ਕੀਤੀਆਂ ਸੀਗੀਆਂ, ਸ਼ਰਧਾਂਜਲੀਆਂ ਵੀ ਦਿੱਤੀਆਂ ਸੀਗੀਆਂ, ਅਤੇ ਨਾਲ ਕਈ ਤਰ੍ਹਾਂ ਦੇ ਜਿਹੜੇ ਸੀਗੇ ਉਹਨੇ ਫਿਰ ਉਹਨਾਂ ਦੇ ਪਾਠਾਂ ਦੇ ਭੋਗ ਵੀ ਪਾਏ ਸੀ। ਸੋ ਫਿਰ ਮਹਾਤਮਾ ਕਹਿਣ ਲੱਗੇ ਕਿ ਮੇਰੇ ਚਿੱਤ ਵਿੱਚ ਵੀ ਆਇਆ ਕਿ ਮੈਂ ਵੀ ਇਸ ਮਹਾਤਮਾ ਦੇ ਪਾਸ ਕੁਛ ਟਾਈਮ ਰਿਹਾ ਹੈਗਾ ਅਤੇ ਇਹਨਾਂ ਦੀ ਰਾਗ ਵਿਦਿਆ ਨੂੰ ਸੁਣਿਆ ਹੈਗਾ ਅਤੇ ਇਹਨਾਂ ਨਾਲ ਕਾਫੀ ਪ੍ਰੇਮ ਵੀ ਕੀਤਾ, ਦੱਸੋ ਮੈਂ ਕੀ ਕਰਾਂ। ਕਹਿੰਦੇ ਕਿ ਉੱਚ ਮਹਾਤਮਾ ਨੇ ਦੱਸਿਆ ਕਿ ਤੁਸੀਂ ਵੀ ਉਹਨਾਂ ਦੀ ਯਾਦ ਦੇ ਵਿੱਚ ਹੈ ਨਾ ਤੁਸੀਂ ਵੀ ਜਿਹੜਾ ਹੈਗਾ ਉਹ ਗੁਰੂ ਦਾ ਲੰਗਰ ਲਾਵੋ, ਅਤੇ ਉਹਦੇ ਵਿੱਚ ਜਿੰਨੇ ਵੀ ਜਿਹੜੇ ਹੈਗੇ ਤੁਹਾਡੇ ਖਾਸ ਕਰਕੇ ਜਿਹੜੇ ਨਜ਼ਦੀਕੀ ਮਹਾਂਪੁਰਖ ਆ ਉਹਨਾਂ ਦਾ ਸਨਮਾਨ ਕਰੋ, ਅਤੇ ਇਹ ਜਿਹੜੀ ਸ਼ਰਧਾਂਜਲੀ ਸਮਾਰੋਹ ਤੁਸੀਂ ਜਿਹੜਾ ਹੈਗਾ ਉਹਨਾਂ ਦੀ ਯਾਦ ਦੇ ਵਿੱਚ ਕਰਨਾ ਹੈ ਨਾ, ਬਸ ਸਮਝ ਲਓ ਇਹ ਹੀ ਉਹਨਾਂ ਦੇ ਵਾਸਤੇ ਤੁਹਾਡੇ ਸੱਚੀ ਜਿਹੜੀ ਹੈ ਨਾ ਸ਼ਰਧਾਂਜਲੀ ਸੱਚੀ ਸੇਵਾ ਹੈਗੀ ਆ। ਫਿਰ ਮਹਾਤਮਾ ਕਹਿਣ ਲੱਗੇ ਕਿ ਮੈਂ ਇਸ ਤਰ੍ਹਾਂ ਹੀ ਕੀਤਾ ਸੀਗਾ। ਉਹਨਾਂ ਮਹਾਂਪੁਰਖਾਂ ਦਾ ਇੱਕ ਨਾ ਸ਼ਰਧਾਂਜਲੀ ਸਮਾਰੋਹ ਜਿਹੜਾ ਸੀਗਾ, ਕਹਿੰਦੇ ਮੈਂ ਇੱਕ ਨੀਅਤ ਕੀਤਾ ਸੀਗਾ, ਉਹਦੇ ਵਿੱਚ ਕਈ ਜਿਹੜੇ ਸਾਧੂ ਮਹਾਂਪੁਰਖ ਅਤੇ ਹੋਰ ਵੀ ਜਿਹੜੇ ਗੁਰਮੁਖ ਪਿਆਰੇ ਸੀ ਉਹਨਾਂ ਨੂੰ ਬੁਲਾਇਆ ਸੀਗਾ, ਅਤੇ ਇਹਦੇ ਵਿੱਚ ਕਹਿੰਦੇ ਫਿਰ ਅਸੀਂ ਹੈ ਨਾ ਕਾਫੀ ਜਿਹੜੀ ਸੀ ਉਹਨਾਂ ਮਹਾਤਮਾ ਦੀ ਸੇਵਾ ਕੀਤੀ ਸੀ, ਅਤੇ ਕਈਆਂ ਮਹਾਤਮਾ ਜਿਹੜੇ ਹੈ ਨਾ ਯਾਦਗਾਰੀ ਜਿਹੜੇ ਸੀਗੇ ਅਸੀਂ ਚਿੰਨ੍ਹ ਵੀ ਕਹਿੰਦੇ ਦਿੱਤੇ ਸੀਗੇ। ਜਦੋਂ ਕਹਿੰਦੇ ਇਹ ਜਿਹੜਾ ਸਮਾਗਮ ਸੀਗਾ ਸ਼ਰਧਾਂਜਲੀ ਸਮਾਰੋਹ ਉਹਨਾਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਸੰਪੂਰਨ ਹੋਇਆ। ਉਸ ਤੋਂ ਬਾਅਦ ਕਹਿੰਦੇ ਰਾਤ ਨੂੰ ਅਚਨਚੇਤ ਉਹ ਜਿਹੜੇ ਮਹਾਤਮਾ ਸੀਗੇ ਕਹਿੰਦੇ ਸਾਡੇ ਸੁਪਨੇ 'ਚ ਆਏ। ਸੁਪਨੇ 'ਚ ਆ ਕੇ ਕਹਿੰਦੇ ਮੈਨੂੰ ਕਹਿਣ ਲੱਗੇ, ਕਹਿੰਦੇ ਵੀ ਭਾਈ ਅਸੀਂ ਤੇਰੇ 'ਤੇ ਬਹੁਤ ਪ੍ਰਸੰਨ ਹਾਂ, ਅਗਰ ਤੈਨੂੰ ਕੋਈ ਚੀਜ਼ ਮੰਗਣੀ ਚਾਹੇ ਤਾਂ ਕਹਿੰਦੇ ਤੂੰ ਮੰਗ ਸਕਦਾ ਹੈਗਾ। ਫਿਰ ਉਹ ਮਹਾਤਮਾ ਕਹਿਣ ਲੱਗੇ ਕਿ ਸੁਪਨਾ ਇਸ ਤਰ੍ਹਾਂ ਸੀਗਾ ਜਿਵੇਂ ਬਿਲਕੁਲ ਪ੍ਰਤੱਖ ਹੋਵੇ। ਕਹਿੰਦੇ ਫਿਰ ਮੇਰੇ ਮਨ ਵਿੱਚ ਕੀ ਆਇਆ ਕਿ ਮੈਂ ਤੁਹਾਡੇ ਤੋਂ ਕੀ ਮੰਗਾਂ। ਫਿਰ ਕਹਿੰਦੇ ਮੇਰੇ ਮਨ ਦੇ ਵਿੱਚ ਇਹ ਜਿਹੜਾ ਸੀ ਇਹ ਸਵਾਲ ਆਇਆ, ਅਤੇ ਮੈਂ ਉਹਨਾਂ ਨੂੰ ਆਖਿਆ ਕਿ ਅਗਰ ਤੁਸੀਂ ਮੇਰੇ 'ਤੇ ਇੰਨੇ ਝੂਠੇ ਹੈ ਨਾ, ਅਤੇ ਤੁਸੀਂ ਮੇਰੇ ਉੱਤੇ ਇੱਕ ਆਹ ਕਿਰਪਾ ਕਰੋ ਕਿ ਕੋਈ ਵੀ ਜਿਹੜੀ ਹੈ ਨਾ ਰਾਗ ਵਿਦਿਆ ਕੋਈ ਵੀ ਲਾਪੇ, ਉਸ ਰਾਗ ਵਿਦਿਆ ਦੀ ਜਿਹੜੀ ਹੈ ਨਾ ਧੁਨ ਵਾ ਉਸ ਧੁਨ ਦਾ ਮੈਨੂੰ ਗਿਆਨ ਹੋ ਜਾਵੇ। ਕਹਿੰਦੇ ਜਦ ਇੰਨੀ ਗੱਲ ਹੋਈ ਤਾਂ ਉਹਨੇ ਕਹਿ ਤਾ ਵੀ ਬਿਲਕੁਲ ਇਸੇ ਤਰ੍ਹਾਂ ਹੋਊਗਾ, ਚਾਹੇ ਰਾਗ ਜਿਹੜਾ ਹੈਗਾ ਬਹੁਤ ਔਖਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਰਾਗ ਵਿਦਿਆ ਜਿਹੜਾ ਹੈਗਾ ਕੋਈ ਵੀ ਲਾਪੇਗਾ ਹੈ ਨਾ, ਤੁਸੀਂ ਉਹਦੀ ਜਿਹੜੀ ਸੁਰ ਵਾ ਧੁਨ ਵਾ ਹੈ ਨਾ ਉਸ ਧੁਨ ਦੀ ਸੋਝੀ ਤੁਹਾਡੇ ਅੰਦਰ ਆਪਣੇ ਆਪ ਪ੍ਰਗਟ ਹੋ ਜਾਊਗੀ, ਅਤੇ ਤੁਸੀਂ ਉਸ ਧੁਨ ਨੂੰ ਜਿਹੜਾ ਹੈ ਨਾ ਵਜਾ ਸਕਦੇ ਨਾਲ। ਕਹਿੰਦੇ ਬਸ ਕਹਿੰਦੇ ਇਸੇ ਤਰ੍ਹਾਂ ਹੋਇਆ ਸੀ। ਕਹਿੰਦੇ ਫਿਰ ਜਦੋਂ ਮੇਰੀ ਜਾਗ ਖੁੱਲ੍ਹੀ ਅਤੇ ਮੈਂ ਕੀ ਦੇਖਿਆ ਕਿਸੇ ਧਰਮਸ਼ਾਲਾ ਦੇ ਵਿੱਚ ਜਿਹੜੀ ਹੈ ਨਾ ਕੋਈ ਰਾਗ ਅਲਾਪਣ ਜਿਹੜੀ ਆਵਾਜ਼ ਸੀ ਮੇਰੇ ਕੰਨਾਂ 'ਚ ਕਹਿੰਦੇ ਸਪੀਕਰ ਰਾਹੀਂ ਪਈ ਆ। ਅਤੇ ਮੈਂ ਕਹਿੰਦੇ ਉੱਠਦੇ ਸਾਰੀ ਯਾਦ ਕਹਿੰਦੇ ਉਹ ਜਿਹੜਾ ਸਤਾਰ ਬਾਦਨ ਮੈਂ ਕੋਲ ਰੱਖਿਆ ਸੀਗਾ, ਕਹਿੰਦੇ ਜਦ ਸਤਾਰ ਦੇ ਉੱਤੇ ਉਹਦੀ ਧੁਨ ਕੱਢੀ ਤਾਂ ਧੁਨ ਜਿਹੜੀ ਸੀਗੀ ਬਿਲਕੁਲ ਉਸ ਜਿਹੜਾ ਰਾਗ ਉਹ ਅਲਾਪ ਰਿਹਾ ਸੀਗਾ ਜੋ ਮੈਂ ਸੁਣ ਰਿਹਾ ਸੀਗਾ ਉਹਦੇ ਨਾਲ ਬਿਲਕੁਲ ਕਹਿੰਦੇ ਸੀਗੇ ਪੂਰੀ ਤਰ੍ਹਾਂ ਮੈਚ ਕਰ ਗਈ। ਭਾਵ ਕਿ ਕਹਿੰਦੇ ਅੱਜ ਵੀ ਹੈ ਨਾ ਕੋਈ ਵੀ ਔਖਾ ਰਾਗ ਹੋਵੇ ਕੁਛ ਵੀ ਹੋਵੇ, ਅਗਰ ਕਿਸੇ ਦੀ ਵੀ ਧੁਨ ਮੈਂ ਜਿਹੜੀ ਹੈ ਨਾ ਉਹ ਕੱਢਣਾ ਚਾਹਾਂ ਤਾਂ ਉਹਦੀ ਸੋਝੀ ਮੈਨੂੰ ਕਹਿੰਦੇ ਆਪਣੇ ਆਪ ਹੀ ਅੰਦਰੋਂ ਪ੍ਰਗਟ ਹੋ ਜਾਂਦੀ ਆ। ਅਤੇ ਉਹ ਧੁਨ ਜਿਹੜੀ ਹੈ ਮੈਂ ਸਤਾਰ ਬਾਦਨ 'ਤੇ ਹਾਰਮੋਨੀਆ 'ਤੇ ਭਾਵ ਕੀ ਆ ਕਿ ਚਾਹੇ ਉਹ ਜਿਹੜੀ ਧੁਨ ਹੈਗੀ ਆ ਕਹਿੰਦੇ ਕਿ ਮੈਂ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਹੈ ਚਾਹੇ ਬਾਂਸਰੀ 'ਤੇ ਉਹ ਕੱਢ ਸਕਦਾ ਹੈਗਾ। ਇਹ ਕੀ ਆ, ਇਹ ਕਹਿੰਦੇ ਸੇਵਾ ਦਾ ਰਾਹੀਂ ਜਿਹੜੀ ਹੈ ਨਾ ਮੇਰੇ ਉੱਤੇ ਕਿਰਪਾ ਹੋਈ ਆ। ਸੋ ਅਗਲੀ ਜਿਹੜੀ ਇੱਕ ਕਿਰਪਾ ਹੁੰਦੀ ਆ ਉਹ ਕਿਰਪਾ ਹੁੰਦੀ ਹੈ ਅੰਦਰਲੇ ਅਨੁਭਵ ਰਾਹੀਂ। ਦੇਖੋ ਜਿਹੜੇ ਅੰਦਰਲੇ ਅਨੁਭਵ ਰਾਹੀਂ ਗਿਆਨ ਹੁੰਦਾ ਹੈ ਨਾ, ਇਹ ਗਿਆਨ ਵੀ ਜਿਹੜਾ ਹੈਗਾ ਇਹ ਗੁਰੂ ਕਿਰਪਾ ਦਾ ਹੀ ਸਦਕਾ ਬਣਦਾ ਹੈਗਾ। ਸੋ ਦੇਖੋ ਜਿਵੇਂ ਭਾਈ ਰਣਧੀਰ ਸਿੰਘ ਉਹਨਾਂ ਦੇ ਜੀਵਨ ਦੇ ਵਿੱਚ ਆਉਂਦਾ ਹੈਗਾ ਕਿ ਜਦੋਂ ਉਹਨਾਂ ਨੇ ਉਸ ਅਕਾਲ ਪੁਰਖ ਜਾਗ ਜੁਗ ਦੇ ਪ੍ਰਤੱਖ ਦਰਸ਼ਨ ਕੀਤੇ ਸੀਗੇ,
ਉਸ ਤੋਂ ਬਾਅਦ ਕਹਿੰਦੇ ਸੀਗੇ ਕਿ ਮੈਂ ਜਦ ਪਾਠ ਕਰਨ ਬੈਠਦਾ ਸੀਗਾ, ਗੁਰਬਾਣੀ ਦਾ ਜਦ ਪਾਠ ਕਰਦਾ ਹੁੰਦਾ ਸੀਗਾ, ਅਤੇ ਮੈਂ ਕਹਿੰਦੇ ਇੱਕ ਵੀ ਜਿਹੜੀ ਹੈ ਨਾ ਪੰਕਤੀ ਪੜ੍ਹਦਾ ਹੁੰਦਾ ਸੀ, ਉਸ ਪੰਕਤੀ ਦੇ ਵਿੱਚ ਇੰਨਾ ਖੁੱਭ ਜਾਂਦਾ ਸੀਗਾ ਕਿ ਉਸੇ ਹੀ ਪੰਕਤੀ ਦੇ ਵਿੱਚ ਕਈ ਤਰ੍ਹਾਂ ਜਿਹੜੇ ਅਰਥ ਸੀਗੇ ਨਾ ਮੇਰੇ ਅਨੁਭਵ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਸੀਗੇ। ਅਤੇ ਕਹਿੰਦੇ ਇਹਨਾਂ ਅਰਥਾਂ ਦੇ ਵਿੱਚ ਇੰਨਾ ਸਵਾਦ, ਇੰਨਾ ਰਸ ਆਉਂਦਾ ਸੀਗਾ ਕਿ ਮੈਂ ਇਹਨਾਂ ਅਰਥਾਂ ਦੇ ਸਵਾਦ ਰਸ ਦੇ ਵਿੱਚ ਹੀ ਗਵਾ ਜਾਂਦਾ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇੱਕ ਪੰਕਤੀ ਦੇ ਇੱਕ ਨਹੀਂ ਅਨੇਕਾਂ ਜਿਹੜੇ ਅਰਥ ਹਨ ਅੰਦਰੋਂ ਕਹਿੰਦੇ ਸੀਗੇ ਉਹ ਚਸ਼ਮੇ ਦੀ ਤਰ੍ਹਾਂ ਫੁੱਟਣੇ ਸ਼ੁਰੂ ਹੋ ਗਏ ਸੀ। ਇਹ ਜਿਹੜੀ ਵਿਚਾਰ ਹੈ ਇਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਦੇ ਆਪਣੇ ਜੀਵਨ ਦੀ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਇੱਕ ਉਹ ਗਿਆਨ ਹੈ ਜਿਹੜਾ ਆਪਣੇ ਅਨੁਭਵ ਦੇ ਵਿੱਚੋਂ ਅੰਦਰੋਂ ਚਸ਼ਮੇ ਦੀ ਤਰ੍ਹਾਂ ਪ੍ਰਗਟ ਹੁੰਦਾ ਹੈਗਾ, ਜਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਨੂੰ ਹੋਇਆ ਸੀਗਾ। ਸੋ ਇੱਕ ਗਿਆਨ ਜਿਹੜਾ ਹੈ ਨਾ ਉਹ ਗੁਰੂ ਕਿਰਪਾ ਦੇ ਨਾਲ ਹੁੰਦਾ ਹੈਗਾ। ਦੇਖੋ ਜਦੋਂ ਗੁਰੂ ਕਿਰਪਾ ਦੇ ਨਾਲ ਹੈ ਨਾ ਗਿਆਨ ਪ੍ਰਾਪਤ ਹੁੰਦਾ ਹੈਗਾ, ਅਤੇ ਇਹੋ ਜਿਹੜਾ ਗਿਆਨ ਹੈਗਾ ਇਹ ਇੱਕ ਐਸੀ ਕਰਾਮਾਤ ਹੈਗੀ ਆ, ਇਹ ਜਿਹੜੀ ਸਾਡੇ ਕਿਸੇ ਸਮਝ ਜਾਂ ਬੁੱਧੀ ਦੀ ਪਕੜ ਦੇ ਵਿੱਚ ਨਹੀਂ ਆ ਸਕਦੀ। ਦੇਖੋ ਜਿਵੇਂ ਇੱਕ ਕੋਈ ਗੋਰਾ ਸੀਗਾ, ਜਿਵੇਂ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਇੱਕ ਵਾਰ ਕਿਸੇ ਸਰਦਾਰ ਡਰਾਈਵਰ ਦੇ ਨਾਲ ਜਦ ਦਰਬਾਰ ਸਾਹਿਬ ਆਇਆ ਸੀਗਾ, ਤਾਂ ਉਸ ਟਾਈਮ ਉਹ ਗੋਰੇ ਨੇ ਦੱਸਿਆ ਸੀਗਾ ਕਿ ਮੈਂ ਹੈ ਨਾ 7 ਘੰਟੇ ਅੰਦਰ ਜਿਹੜਾ ਸੀਗਾ ਲਗਾਤਾਰ ਅੰਮ੍ਰਿਤਸਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਨਾ ਕੀਰਤਨ ਸਰਵਣ ਕੀਤਾ ਸੀਗਾ। ਦੇਖੋ ਉਹ ਗੋਰਾ ਜਿਸ ਨੂੰ ਜਿਹੜੀ ਹੈ ਨਾ ਗੁਰਮੁਖੀ ਦਾ ਜਿਹੜਾ ਕੋਈ ਵੀ ਊੜਾ ਐੜਾ ਅੱਖਰ ਕਦੀ ਨਹੀਂ ਆਇਆ, ਨਾ ਉਹਨੇ ਪੜ੍ਹਿਆ ਨਾ ਸੁਣਿਆ ਨਾ ਵਿਚਾਰਿਆ, ਸਿਰਫ ਆਪਣੀ ਡੱਚ ਭਾਸ਼ਾ ਜਿਹੜੀ ਜਰਮਨ ਸੀਗੀ ਉਹਦੇ ਵਿੱਚ ਜਿਹੜੀ ਸੀ ਉਹ ਗੱਲਬਾਤ ਕਰਦਾ ਸੀ ਜਾਂ ਉਹ ਇੰਗਲਿਸ਼ ਕਰਦਾ ਸੀਗਾ। ਬਸ ਕਹਿੰਦੇ ਫਿਰ ਜਦ ਉਹਨੇ 7 ਘੰਟੇ ਉਹ ਕੀਰਤਨ ਜਿਹੜਾ ਸੀਗਾ ਅੰਦਰ ਸਰਵਣ ਕੀਤਾ, ਪਰ 7 ਘੰਟੇ ਤੋਂ ਬਾਅਦ ਜਦੋਂ ਬਾਹਰ ਜਿਹੜਾ ਸੀਗਾ ਆਪਣੇ ਜਿਹੜਾ ਗੁਰਮੁਖ ਪਿਆਰਾ ਮਿੱਤਰ ਸੀਗਾ ਜਦ ਉਹਦੇ ਨਾਲ ਬਾਹਰ ਆਇਆ ਸੀਗਾ, ਅਤੇ ਉਸੇ ਹੀ ਗੋਰੇ ਨੇ ਫਿਰ ਆਪਣੇ ਮਿੱਤਰ ਨੂੰ ਇਹ ਸਵਾਲ ਕੀਤਾ ਸੀਗਾ ਕਿ ਅੰਦਰ ਜਿਹੜਾ ਸ਼ਬਦ ਪੜ੍ਹਿਆ ਜਾ ਰਿਹਾ ਸੀਗਾ, ਜੋ ਅੰਦਰ ਸੰਗੀਤ ਚੱਲ ਰਿਹਾ ਸੀਗਾ, ਇਹ ਕਿਹੜੀ ਭਾਸ਼ਾ 'ਚ ਚੱਲ ਰਿਹਾ ਸੀਗਾ। ਫਿਰ ਉਸ ਸਿੱਖ ਨੇ ਦੱਸਿਆ ਸੀਗਾ ਕਿ ਇਹ ਜਿਹੜਾ ਅੰਦਰ ਸ਼ਬਦ ਗੁਰੂ ਦਾ ਸ਼ਬਦ ਦਾ ਕੀਰਤਨ ਅੰਦਰ ਚੱਲ ਰਿਹਾ ਸੀਗਾ, ਇਹ ਜਿਹੜਾ ਇਹ ਨਿਰੋਲ ਗੁਰਮੁਖ ਭਾਸ਼ਾ ਦੇ ਵਿੱਚ ਚੱਲ ਰਿਹਾ ਸੀਗਾ, ਅਤੇ ਉਹ ਜਿਹੜੀ ਗੁਰਮੁਖ ਭਾਸ਼ਾ ਉਹ ਹੈਗੀ ਆ ਪੰਜਾਬੀ ਗੁਰੂ ਦੀ ਲਿਪੀ। ਅਤੇ ਜਦ ਉਹ ਕਹਿੰਦੇ ਅਸੀਂ ਦੱਸਿਆ ਸੀਗਾ ਕਿ ਗੁਰਮੁਖ ਭਾਸ਼ਾ ਚੱਲ ਰਿਹਾ ਸੀਗਾ, ਅਤੇ ਕਹਿੰਦੇ ਗੋਰਾ ਜਿਹੜਾ ਸੀਗਾ ਮੇਰੇ ਵੱਲ ਬੜੀ ਹੈਰਾਨੀ ਨਾਲ ਦੇਖਣ ਲੱਗਾ, ਕਹਿਣ ਲੱਗਾ ਕਿ ਤੂੰ ਸਰਦਾਰ ਹੋ ਕੇ ਝੂਠ ਬੋਲਦਾ ਹੈ। ਕਹਿੰਦੇ ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਜੀ ਮੈਂ ਕਿਵੇਂ ਝੂਠ ਬੋਲਦਾ ਹੈ, ਜਿਹੜਾ ਕੀਰਤਨ ਨਿਰੋਲ ਗੁਰਮੁਖੀ ਲਿਪੀ ਦੇ ਵਿੱਚ ਚੱਲ ਰਿਹਾ ਹੈ, ਗੁਰਮੁਖ ਬੋਲੀ 'ਚ ਚੱਲ ਰਿਹਾ ਹੈ। ਸੋ ਕਹਿੰਦੇ ਜਦ ਮੈਨੂੰ ਕਿਹਾ ਤਾਂ ਗੋਰਾ ਕਹਿੰਦਾ ਨਹੀਂ, ਇਹ ਸਾਰਾ ਜਿਹੜਾ ਕਹਿੰਦਾ ਜੋ ਸ਼ਬਦ ਪੜ੍ਹਿਆ ਜਾ ਰਿਹਾ ਹੈ ਨਾ, ਕਹਿੰਦੇ ਜਰਮਨੀ ਦੀ ਜਿਹੜੀ ਡੱਚ ਭਾਸ਼ਾ ਹੈ ਨਾ ਉਹਦੇ ਵਿੱਚ ਪੜ੍ਹਿਆ ਗਿਆ ਸੀ, ਅਤੇ ਇਹ ਇੱਕ ਨਹੀਂ 7 ਘੰਟੇ ਲਗਾਤਾਰ ਚੱਲਦਾ ਰਿਹਾ। ਸੋ ਕਹਿਣ ਤੋਂ ਭਾਵ ਇਹ ਆ ਕਿ ਕਿੱਡੀ ਹੈਰਾਨੀ, ਔਰ ਇੱਥੇ ਜਿਹੜੀ ਬੁੱਧੀ ਆ ਉਹ ਅਕਲ ਦੇ ਦਰਵਾਜ਼ੇ ਪੂਰੇ ਬੰਦ ਹੋ ਜਾਂਦੇ ਆ। ਇਹ ਜਿਹੜਾ ਸ਼ਬਦ ਜੋ ਗੁਰਮੁਖੀ ਭਾਸ਼ਾ ਦੇ ਵਿੱਚ ਸਾਡਾ ਕੀਰਤਨ ਚੱਲਦਾ ਹੈਗਾ, ਇਹ ਦੂਸਰੀ ਭਾਸ਼ਾ ਵਿੱਚ ਉਸ ਗੋਰੇ ਨੂੰ ਆਪਣੀ ਜਿਹੜੀ ਉਹਦੀ ਮਾਂ ਬੋਲੀ ਦੀ ਭਾਸ਼ਾ ਵਿੱਚ ਟਰਾਂਸਫਰ ਹੋ ਕੇ ਕਿਵੇਂ ਸੁਣਾਈ ਦੇ ਰਿਹਾ ਹੈਗਾ, ਉਸੇ ਰਸ ਦੇ ਵਿੱਚ, ਉਸੇ ਤਰਜ ਦੇ ਵਿੱਚ, ਉਸੇ ਹੀ ਰਾਗ ਦੇ ਵਿੱਚ। ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਬਸ ਇਸ ਨੂੰ ਅਸੀਂ ਨਾ ਕੇਵਲ ਅਤੇ ਕੇਵਲ ਗੁਰੂ ਕਿਰਪਾ ਕਹਿ ਸਕਦੇ ਹਾਂ ਕਿ ਜਦੋਂ ਗੁਰੂ ਟੁੱਟਦਾ ਹੈ ਨਾ ਤਾਂ ਗੁਰੂ ਸਾਰੀਆਂ ਗੱਲਾਂ ਦੇ ਵਿੱਚ ਸਮਰੱਥ ਹੈਗਾ। ਸੋ ਇਹ ਜਿਹੜੀ ਵਿਦਿਆ ਹੈ ਨਾ, ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਸਾਨੂੰ ਬਾਬੇ ਨਾਨਕ ਗਾਵੇ ਕੋ ਵਿਦਿਆ ਵਿਖਮ ਵਿਚਾਰ, ਕਿ ਜਿਹੜੀ ਵਿਖਮ ਵਿਦਿਆ ਹੈਗੀ ਆ, ਜਿਹੜੀ ਸਾਡੀ ਬੁੱਧੀ ਪਹੁੰਚ ਅਕਲ ਦੇ ਵਿੱਚ ਜਿਹੜੀ ਕਦੀ ਆ ਨਹੀਂ ਸਕਦੀ, ਇਹੋ ਜਿਹੜੀ ਵਿਦਿਆ ਹੈਗੀ ਆ, ਇਹ ਵਿਦਿਆ ਜਿਹੜੀ ਹੈਗੀ ਆ ਉਹ ਗੁਰਮੁਖ ਪਿਆਰੇ ਗਾਉਂਦੇ ਆ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਆ, ਗੁਰੂ ਦੇ ਕਾਰਨ ਬਣਦੇ ਆ, ਜਾਂ ਗੁਰੂ ਦੀ ਆਪਣੀ ਖੁਸ਼ੀ ਤੇ ਪ੍ਰਸ਼ੰਸਾ ਹੁੰਦੀ ਹੈ। ਸੋ ਦਾਸ ਇੰਨੇ ਹੀ ਜਿਹੜੇ ਹਨ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।